दोस्तों सत श्री अकाल। मैं सतविंदर ਸਿੰਘ ਹਾਜ਼ਰ ਜ਼ਿਲ੍ਹਾ ਕੇ ਪ੍ਰੋਗਰਾਮ ਰੂਬਰੂ ਪ੍ਰੋਗਰਾਮ ਦੇ ਤਹਿਤ ਅਸੀਂ ਕੁਝ ਖਾਸ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਅੱਜ ਸਾਡੇ ਨਾਲ ਸ਼ਾਮਲ ਨੇ ਜਸਬੀਰ ਚਾਹਲ ਜੀ, ਜਿਹੜੇ ਕਿ ਰਾਈਟਰ ਫੋਰਮ ਕੈਲਗਰੀ ਦੇ ਜਨਰਲ ਸਕੱਤਰ ਨੇ, ਤੇ ਨਾਲ ਉਹਨਾਂ ਦੇ ਸ਼ਾਮਲ ਹਨ ਰਾਈਟਰ ਫੋਰਮ ਕੈਲਗਰੀ ਤੋਂ ਨਵਪ੍ਰੀਤ ਕੌਰ ਰੰਧਾਵਾ ਜੀ। ਚਾਹਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਇੱਥੇ ਦਰਸ਼ਕ ਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ ਤੁਹਾਡੀ, ਤੁਸੀਂ ਮੌਕਾ ਦਿੱਤਾ ਹੈ ਸਾਥੀਆਂ ਦੇ ਰੂਬਰੂ ਆਉਣ ਦਾ ਤੁਹਾਡੇ ਜਗ ਪੰਜਾਬੀ ਚੈਨਲ ਦੀ ਤਰਫੋਂ, ਤੇ ਬੜੀ ਮਿਹਰਬਾਨੀ, ਥੈਂਕ ਯੂ। ਤੇ ਜਸਬੀਰ ਚਾਹਲ ਜੀ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਜਿਵੇਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਸਾਹਿਤਕ ਗਤੀਵਿਧੀਆਂ ਨਾਲ ਜੁੜੇ ਹੋਏ ਹੈਗੇ ਹੋ, ਤੇ ਤੁਹਾਡਾ ਇੱਕ ਰਾਈਟਰ ਫੋਰਮ ਕੈਲਗਰੀ ਕਰਕੇ ਤੁਹਾਡੀ ਸੰਸਥਾ ਹੈਗੀ ਆ, ਤੇ ਉਹਦੇ ਬਾਰੇ ਥੋੜੀ ਜਿਹੀ ਸਾਡੇ ਜਿਹੜੇ ਦਰਸ਼ਕ ਉਹਨਾਂ ਨਾਲ ਜਾਣਕਾਰੀ ਸਾਂਝੀ ਕਰੋ ਕਿ ਕਿਸ ਮਕਸਦ ਨੂੰ ਲੈ ਕੇ ਤੁਸੀਂ ਬਣਾਈ ਸੀ, ਜਾਂ ਕਦੋਂ ਤੋਂ ਇਹ ਚੱਲ ਰਹੀ ਹੈਗੀ ਹੈ, ਕਿਸ ਤਰ੍ਹਾਂ ਦੀਆਂ ਇਹਦੇ 'ਚ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਹੈਗੀਆਂ। ਜ਼ਰੂਰ ਜੀ, ਬੜਾ ਅੱਛਾ ਬੇਸਿਕ ਸਵਾਲ ਹੈ, ਬਹੁਤ ਸਹੀ ਹੈ। ਬਹੁਤ ਸਾਥੀਆਂ ਨੂੰ ਪਤਾ ਹੈ ਰਾਈਟਰਸ ਫੋਰਮ ਦੇ ਬਾਰੇ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਰਾਈਟਰਸ ਫੋਰਮ ਐਸਟੈਬਲਿਸ਼ ਹੋਏ ਨੂੰ 10 ਸਾਲ ਹੋ ਗਏ ਨੇ। ਔਰ ਰਾਈਟਰਸ ਫੋਰਮ ਇੱਕ ਇਹੋ ਜਿਹੀ ਸੰਸਥਾ, ਇੱਕ ਇਹੋ ਜਿਹੀ ਤੰਜੀਮ ਹੈਗੀ ਹੈ ਜਿਹੜੀ ਕਿ ਅੱਡ ਅੱਡ ਜ਼ਬਾਨਾਂ ਬੋਲਣ ਵਾਲਿਆਂ ਨੂੰ ਇੱਕ ਜਗ੍ਹਾ 'ਤੇ ਇਕੱਠਾ ਕਰਦੀ ਹੈ, ਹਿੰਦੀ, ਉਰਦੂ, ਇੰਗਲਿਸ਼, ਪੰਜਾਬੀ। ਅਤੇ ਇੱਥੇ ਇਹ ਸਾਰੀਆਂ ਬੋਲੀਆਂ ਬੋਲਣ ਵਾਲੇ ਇਕੱਠੇ ਹੋ ਕੇ ਸਾਹਿਤ ਦੀਆਂ ਗੱਲਾਂ ਕਰਦੇ ਨੇ, ਆਪਣਾ ਜੋ ਲਿਖਦੇ ਨੇ ਉਹ ਆਪਣੀਆਂ ਰਾਈਟਿੰਗ ਸ਼ੇਅਰ ਕਰਦੇ ਨੇ, ਜੋ ਨਹੀਂ ਲਿਖਦੇ ਉਹ ਦੂਸਰਿਆਂ ਸੁਣਦੇ ਆ, ਜਾਂ ਜੋ ਉਹਨਾਂ ਦੇ ਸ਼ੌਕ ਆ ਕਿਸੇ ਅੱਛੇ ਸਾਹਿਤਕਾਰ ਦੇ ਬਾਰੇ ਜੋ ਕੁਝ ਉਹ ਸ਼ੇਅਰ ਕਰਨਾ ਚਾਹੁੰਦੇ ਉਹ ਕਰਦੇ ਨੇ। ਔਰ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਆਪਣੇ ਤੁਸੀਂ ਬੜੀ ਅੱਛੀ ਤਰ੍ਹਾਂ ਜਾਣਦੇ ਹੋ ਕਿ ਕੈਲਗਰੀ 'ਚ ਆਪਣੇ ਪੰਜਾਬੀ ਬੋਲਣ ਵਾਲੀਆਂ ਕਾਫੀ ਸੰਸਥਾਵਾਂ ਨੇ ਜਿਹੜੀਆਂ ਇਨਕਰੇਜ ਕਰਦੀਆਂ। ਅਸੀਂ ਥੋੜ੍ਹਾ ਜਿਹਾ ਉਹਨਾਂ ਤੋਂ ਅਲੱਗ ਇਸ ਤਰ੍ਹਾਂ ਹੈਗੇ ਕਿ ਅਸੀਂ ਸਾਰੀਆਂ ਜ਼ੁਬਾਨਾਂ ਜਿੰਨੇ ਕਿ ਆਪਣੀ ਕਮਿਊਨਿਟੀ ਬੋਲਦੀ ਹੈ, ਹਿੰਦੀ, ਉਰਦੂ, ਪੰਜਾਬੀ, ਇੰਗਲਿਸ਼, ਉਹਨਾਂ ਨੂੰ ਪ੍ਰਮੋਟ ਕਰਦੇ ਹਾਂ। ਇਸੇ ਕਰਕੇ ਅਗਰ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਥੋੜਾ ਜਿਹਾ हिंदी या उर्दू भी बोलना चाहूँगा, सो दैट के जो हमारे हिंदी या उर्दू बोलने वाले हैं उन्हें भी पता लग सके कि हम क्या करते हैं, क्यों करते हैं। तो हम ये इस तंजीम में हिंदी, उर्दू, इंग्लिश, पंजाबी वाले इकट्ठे होके अब अदब की बातें करते हैं। जो अदब लिखते हैं, जो उनका अदब का शौक़ है, अदबी शौक़ है, वहाँ आके एक दूसरे के ख़यालात जानते हैं, शेयर करते हैं, और एक ऐसा माहौल हम रखते हैं वहाँ पर कि जहाँ पर हम सिर्फ वो बातें करें जो कि हमारी सोसाइटी को, हमारे कम्युनिटी को, हमारे मुल्क को एक जोड़ने की तरफ लेके जाए। क्योंकि हमारी आपस में मज़हब के तौर पे, सियासत के तौर पे, बोली के तौर पे बहुत सारे हमारे मुख्तलिफ डिफरेंसेस हैं, ख़यालात अलग अलग हैं। और शायद एक ये भी एक हमारा ख़ास एक वजह है कि हम वहाँ पर सियासत या मज़हब की बातें नहीं करते, क्योंकि जैसे बहुत अच्छी तरह लोग सब आप जानते हैं कि मज़हब या सियासत आपस में दूरियां पैदा करने में काफ़ी हद तक जिम्मेवार कह सकते हैं, क्योंकि वो सिखाते नहीं है लेकिन हो जाती हैं दूरियां उस वजह से। कोई भी मज़हब नहीं सिखाता कि आपस में कोई बैर रखो, वो इस तरह करो, लेकिन लोग उसको गलत तरह से लिंक करते हैं। सो ये एक हमारा मेन एक प्लेटफॉर्म है कि जहाँ पे हम सोचते हैं कि ये चीज़ों को अवॉइड करें और बाकी बोली के तौर पे हम इकट्ठे हो सकते हैं। तो एक अच्छा एक ਪਲੇਟਫਾਰਮ ਪ੍ਰਦਾਨ ਕਰਦੇ। ਜੇ ਇੱਥੇ ਮੈਂ ਪਿੱਛੇ ਜਾਵਾਂਗਾ, ਮਤਲਬ ਜਿਵੇਂ ਹੁਣ ਤੁਸੀਂ ਦੱਸਿਆ ਕਿ ਬਾਕੀ ਅਲੱਗ-ਅਲੱਗ ਹਿੰਦੀ ਦੀਆਂ, ਪੰਜਾਬੀ ਦੀਆਂ ਅਲੱਗ-ਅਲੱਗ ਆਪਣੀਆਂ ਸੰਸਥਾਵਾਂ ਹੈਗੀਆਂ, ਤਾਂ ਉਹੀ ਕੀ ਸੋਚ ਕੇ ਮਤਲਬ ਕੀ ਹਾਸਲ ਕਰਨਾ ਚਾਹੁੰਦੇ ਹੈਗੇ ਕਿ ਅਲੱਗ-ਅਲੱਗ ਬੋਲੀਆਂ ਵਾਲੇ ਜਿਹੜੇ ਰਾਈਟਰ ਇੱਕ ਜਗ੍ਹਾ 'ਤੇ ਇਕੱਠੇ ਹੋਣ ਤਾਂ ਕਿ ਉਹਨਾਂ ਦੇ ਐਕਸਪੀਰੀਅੰਸ ਸਾਂਝੇ ਹੋਣ, ਜਾਂ ਕਿਸ ਮਕਸਦ ਦੇ ਨਾਲ? जी हाँ, क्योंकि जब अलग बोली बोलने वाले हैं, जो भी अलग अलग बोली बोलते हैं, जैसे मैं फिर वही बात कहूँगा कि अलग बोलियों वाले सब अपनी अपनी कल्चर जब वो बात करते हैं, जब वो लिखते हैं अपनी कल्चर के बारे में, अपने समाज के बारे में वो लिखते करते हैं, तो ये एक अलग अलग तरह की चीज़ें इकट्ठी हो रही हैं, तो एक दूसरे की जो अच्छी बातें पता लगेंगी, ना कि ख़राब। कोई भी अपनी ख़राब बातों के बारे में समाज को या लोगों को नहीं फैलाना चाहेगा, अच्छी चीज़ें बोलना चाहेगा, जो भी उसकी अच्छाइयाँ बताना चाहेगा। मैं बताना चाहूँगा मेरे में क्या खूबी है। तो इस तरह वो सब अच्छी बातें एक दूसरे के, समाज की, मुल्क की, उन चीज़ों की वो इकट्ठी होती हैं, तो नॉलेज बढ़ती है, आपस में प्यार बढ़ता है। और यही प्यार है धीरे धीरे हमारे वहाँ कुछ लोगों का बढ़ा, उनके परिवारों का, उनकी सोसाइटी का बढ़ा, आपस में एक
नज़दीकियाँ एक पैदा होगी, दूसरे को दूरियाँ, एक दूसरे ਨੂੰ ਜਾਣਨ ਦਾ ਜਿਹੜਾ ਹੈਗਾ मौका बड़ा मिलता अच्छा एक है। मौका मिलता है। और वहाँ का एक माहौल ऐसा है, एक मौका ऐसा है कि हम सबको वो मौका वो देते हैं जहाँ के इकट्ठे होकर ये चीज़ें एक दूसरे से मशवरा कर सकें, एक दूसरे को इम्प्रूव कर सकें। ख़ास करके नौजवान लोगों का, जैसे कि उन्हें बहुत ज़रूरत होती है कई बार। बेशक वो नया खून है, नई सोच है उनकी, वो अपनी चीज़ अपने तरीके से कहना चाहते हैं, लेकिन उन्हें कई बार ज़रूरत लगती है कि अगर हमें कोई गाइड कर सकेगा, कोई बता सकेगा कि क्या हमारे लिए बेहतर तरीका, अच्छा तरीका है, सो हम उनको उस तरह की हौसला अफजाई भी करते हैं, उनको उस तरह की गाइडेंस भी देते हैं, मशवरे भी देते हैं। ਤੇ ਨਵਪ੍ਰੀਤ ਜੀ, ਤੁਹਾਡੇ ਨਾਲ ਪੁੱਛਣਾ ਚਾਹਾਂਗੇ ਕਿ ਤੁਸੀਂ ਇਸ ਸੰਸਥਾ ਦੇ ਨਾਲ ਕਦੋਂ ਤੋਂ ਜੁੜੇ ਹੈਗੇ ਹੋ, ਤੇ ਤੁਸੀਂ ਨੌਜਵਾਨ ਵੀ ਹੈਗੇ, ਜਿਵੇਂ ਚਾਲ ਸਾਹਿਬ ਗੱਲ ਕਰ ਰਹੇ ਕਿ ਨੌਜਵਾਨਾਂ ਨੂੰ ਵੀ ਅਸੀਂ ਜੋੜਨ ਦੀ ਗੱਲ ਕਰ ਰਹੇ ਹੈਗੇ ਆ ਜੀ। ਤੁਸੀਂ ਕਿਸ ਤਰ੍ਹਾਂ ਇਸ ਰਾਈਟਰ ਫੋਰਮ ਕੈਲਗਰੀ ਦੇ ਨਾਲ ਜਿਹੜਾ ਕਿ ਤੁਹਾਡਾ ਸੰਬੰਧ ਬਣਿਆ, ਤੇ ਕਿਸ ਤਰ੍ਹਾਂ ਦੀ ਇਨਵੋਲਵਮੈਂਟ ਹੈਗੀ ਤੁਹਾਡੀ ਉਹਦੇ ਵਿੱਚ? जी, मेरा कोई बहुत ज़्यादा पुराना नाता नहीं है राइटर्स फोरम कैलगरी नाल। कुछ मैं 6-7 ਮਹੀਨਿਆਂ ਤੋਂ ਹੀ ਇਹਦੇ ਨਾਲ ਜੁੜੀ ਹੋਈ ਹਾਂ। ਮੈਂ ਇਹਨਾਂ ਦੀਆਂ ਜਿਹੜੀਆਂ ਮਾਸਿਕ ਇਕੱਤਰਤਾ ਹੁੰਦੀ ਹੈ, ਹਰ ਮਹੀਨੇ ਜੋ ਇਹਨਾਂ ਦੀ ਮੀਟਿੰਗ ਹੁੰਦੀ ਹੈ, ਮੈਂ ਉਹਦੇ 'ਚ ਜਾਣਾ ਸ਼ੁਰੂ ਕੀਤਾ। ਤੇ ਮੈਂ ਇੱਕ ਸਾਹਿਤ ਪ੍ਰੇਮੀ ਹਾਂ। ਸਾਹਿਤ ਪ੍ਰੇਮੀ ਜੋ ਵਧੀਆ ਲਿਖਣਾ ਲੋਚਦਾ ਜਾਂ ਪੜ੍ਹਨਾ ਲੋਚਦਾ, ਆਪਾਂ ਉਹਨਾਂ ਨੂੰ ਕਹਿੰਦੇ ਆ। ਤੇ ਜਦੋਂ ਮੈਂ ਇਹਨਾਂ ਦੀਆਂ ਮੰਥਲੀ ਮੀਟਿੰਗਸ ਵਿੱਚ ਜਾਣਾ ਸ਼ੁਰੂ ਕੀਤਾ, ਤੇ ਮੈਂ ਫੀਲ ਕੀਤਾ ਬਈ ਅਸੀਂ ਸੂਝਵਾਨ ਸੁਹਿਰਦ ਲੋਕਾਂ ਦੇ ਵਿੱਚ ਬੈਠਦੇ ਆ, ਤੇ ਅਸੀਂ ਉਹਨਾਂ ਦੇ ਨਾਲ ਆਪਣੇ ਜਦੋਂ ਵਿਚਾਰ ਸਾਂਝੇ ਕਰਦੇ ਆ, ਉਹਨਾਂ ਤੋਂ ਬਹੁਤ ਕੁਝ ਸਿੱਖਦੇ ਵੀ ਆ। ਠੀਕ ਹੈ, ਮੇਰੇ ਵਰਗੇ ਇਹ ਜਿਹੜੀ ਰਾਈਟਰਸ ਫੋਰਮ ਕੈਲਗਰੀ ਹੈ, ਇਹ ਇੱਕ ਬਹੁਤ ਵਧੀਆ ਮੰਚ ਤੇ ਮਾਹੌਲ ਦਿੰਦੇ ਨੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਣ ਦਾ, ਆਪਣੇ ਵਿਚਾਰ ਸਾਂਝੇ ਕਰਨ ਦਾ। ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜੋ ਆਪਣੇ ਲੋਕਲ ਕੈਲਗਰੀ ਦੇ ਵਿੱਚ ਹੀ ਹੋਣਗੇ, ਜੋ ਬਹੁਤ ਵਧੀਆ ਲਿਖ ਸਕਦੇ ਨੇ, ਲਿਖਦੇ ਨੇ, ਤੇ ਬਹੁਤ ਵਧੀਆ ਪੜ੍ਹਦੇ ਵੀ ਨੇ, ਉਹਨਾਂ ਕੋਲ ਬਹੁਤ ਵਧੀਆ ਵਿਚਾਰ ਨੇ, ਪਰ ਉਹਨਾਂ ਤੱਕ ਸੀਮਿਤ ਹੋ ਕੇ ਰਹਿ ਜਾਂਦੇ ਆ, ਕੋਈ ਮੰਚ ਨਹੀਂ ਮਿਲਦਾ। ਸੋ ਮੈਨੂੰ ਲੱਗਦਾ ਹੈ ਵੀ ਇਹ ਬਹੁਤ ਵਧੀਆ ਮੰਚ ਤੇ ਮਾਹੌਲ ਦੇ ਰਹੇ ਨੇ ਨੌਜਵਾਨ ਪੀੜ੍ਹੀ ਨੂੰ, ਜਿੱਥੇ ਜਾ ਕੇ ਅਸੀਂ ਇੰਟਲੈਕਚੁਅਲ ਲੋਕਾਂ ਦੇ ਨਾਲ ਬੈਠ ਕੇ ਆਪਣੇ ਜਿਹੜੇ ਵਿਚਾਰ ਹੈ ਉਹਨਾਂ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ, ਤੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਉੱਥੇ ਜਾ ਕੇ। ਹਾਂਜੀ। ਤੇ ਜਸਬੀਰ ਜੀ, ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਜਿਵੇਂ ਆਪਾਂ ਆਮ ਤੌਰ ਤੇ ਸਭਾਵਾਂ ਦੇ ਵਿੱਚ ਵੇਖਿਆ ਕਿ ਜ਼ਿਆਦਾ ਜਿਹੜੇ ਹੈਗੇ ਨੇ ਕਿ ਓਲਡ ਏਜ ਵਾਲੇ ਬਜ਼ੁਰਗ ਲੋਕੀ ਜਾਂ ਸਾਹਿਤਕ, ਜਾਂ ਉਹ ਇੱਕ ਦੂਜੇ ਨੂੰ ਆਪਣੀਆਂ ਹੀ ਕਵਿਤਾਵਾਂ ਜਿਹੜੀਆਂ ਸੁਣਾ ਕੇ ਤੇ ਮਤਲਬ ਮੀਟਿੰਗ ਕਰਕੇ ਤੇ ਘਰ ਨੂੰ ਚਲੇ ਜਾਂਦੇ ਹੈਗੇ ਨੇ। ਤੁਸੀਂ ਉਹਨਾਂ ਤੋਂ ਕਿਸ ਤਰ੍ਹਾਂ ਡਿਫਰੈਂਟ ਕਰ ਰਹੇ ਹੈਗੇ ਹੋ, ਜਾਂ ਆਉਂਦੀ ਪੀੜ੍ਹੀ ਨੂੰ ਜਿਹੜੇ ਹੈਗੇ, ਅਗਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਹੈਗੇ ਕਿ ਇਹ ਚੀਜ਼ ਜਿਹੜੀ ਹੈਗੀ ਵੀ ਚੱਲਦੀ ਰਹੇ? ਬਹੁਤਾ ਕਰਕੇ ਇਹ ਦੇਖਿਆ ਗਿਆ ਹੈਗਾ ਕੁਝ ਰਿਟਾਇਰਡ ਲੋਕ ਜਾਂ ਕੁਝ ਜਿਹੜੇ ਆਪ ਲਿਖਦੇ ਹੈਗੇ ਨੇ, ਉਹ ਹੀ ਜ਼ਿਆਦਾ ਇਹਨਾਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੈਗੇ ਨੇ। सोसाइटी ਦੇ ਨਾਲ ਉਹ ਕਿਸ ਤਰ੍ਹਾਂ ਰਾਬਤਾ ਕਾਇਮ ਜਿਹੜਾ ਹੈਗਾ ਕਰ ਸਕਣ? बहुत सही सवाल तुसी किया है। सच्चाई है कि हाँ, रिटायर्ड लोग या जिन्ना कोल हुण होर ज़्यादा कोई अपना कोई ऐसी मसरूफियत नहीं है कि उनके पास बहुत टाइम है कि अपना शौक़ जो है पूरा करें। मैं कहूँगा किसी हद तक मैं भी उन्हीं में से हूँ। मैं बाय प्रोफेशन इंजीनियर था या हूँ, लेकिन अब वो एज में हूँ, रिटायरमेंट की एज में। तो अब ये मेरा शौक़ था बहुत पहले से, कॉलेज के ज़माने से, तब से मैं लिखता आ रहा हूँ, थोड़ा बहुत लिखता आ रहा हूँ। लेकिन जैसे होता है कि डॉलर के चक्कर में पड़े हुए हैं आप, 99 के चक्कर में समय ही नहीं मिलता है, टाइम ही नहीं मिलता। तो अब हाँ, वो टाइम मिला कि अब मैं उसमें ज़्यादा टाइम दे सकता हूँ उन चीज़ों में, अपने शौक़ पूरा कर सकता हूँ। और जहाँ तक ये है कि ये बात कुछ किसी हद तक ठीक है कि यस, वहाँ अपना अपना पढ़ा और चले गए, लेकिन वहाँ पे और भी बहुत हैं जो कि जैसे मैं कहता हूँ, खरबूजे को देख के खरबूजा रंग बदलता है। वहाँ पे बहुत ऐसे, मैं पिछले 10 साल में जब से इनके साथ हूँ, मेरे ख्याल में कम से कम 10-15 लोग तो ऐसे मैं अच्छी तरह नाम ले सकता हूँ कि जिन्होंने, जो आते शुरू में आए, उन्हें कुछ थोड़ा बहुत शौक़ था ये सुनने का, बातें ऐसे माहौल का, धीरे धीरे उन्होंने लिखना शुरू किया। उन्होंने बताया कि मैंने आज पहली कविता लिखी है, ये मैंने पहला आज ये गीत लिखा है। और हमारे साथियों ने, औरों ने, जैसे जब उन्होंने कहा तो उनको मशवरा दिया, धीरे इम्प्रूव होके आज की तारीख में उनमें से 3-4 लोग, उनकी किताबें भी छप चुकी हैं कैलगरी। एक जड़ा मैं सवाल पूछना चाहांगा कि जड़ा
ਇੱਕ ਸਾਹਿਤਕਾਰ ਹੁੰਦਾ ਹੈਗਾ, ਕਲਮਕਾਰ ਹੁੰਦਾ ਹੈਗਾ, ਉਹ ਲਿਖਦਾ ਹੈਗਾ, ਉਹਦਾ ਕਿੱਡਾ ਕੁ ਵੱਡਾ ਯੋਗਦਾਨ ਜਿਹੜਾ ਹੈਗਾ ਵੀ ਸੁਸਾਇਟੀ ਨੂੰ ਇੰਪਰੂਵ ਕਰਨ ਵਾਸਤੇ, ਸੁਸਾਇਟੀ ਨੂੰ ਸੇਧ ਦੇਣ ਵਾਸਤੇ ਕਿੰਨਾ ਕੁ ਤੁਸੀਂ ਯੋਗਦਾਨ ਸਮਝਦੇ ਹੋ? ਖਾਸ ਕਰਕੇ ਅਸੀਂ ਇੱਥੇ ਕਹਿ ਲਓ ਪ੍ਰਵਾਸ ਦੇ ਵਿੱਚ ਬੈਠੇ ਹੋਏ ਹਾਂ, ਆਪਣੇ ਮੁਲਕ ਨੂੰ ਛੱਡ ਕੇ ਨਵੀਂ ਧਰਤੀ ਨੂੰ ਅਸੀਂ ਆਪਣਾ ਦੇਸ਼ ਬਣਾਇਆ ਹੈਗਾ, ਇਹਦੇ ਵਿੱਚ ਉਹ ਪੰਜਾਬੀ, ਹਿੰਦੀ, ਉਰਦੂ ਜਿਹੜੇ ਸਾਹਿਤਕਾਰ ਹੈਗੇ ਨੇ, ਉਹਨਾਂ ਦਾ ਕਿੰਨਾ ਕੁ ਯੋਗਦਾਨ ਤੁਸੀਂ ਸਮਝਦੇ ਹੋ ਲੋਕਲ ਸੁਸਾਇਟੀ ਨੂੰ ਇੰਪਰੂਵ ਕਰਨ ਵਾਸਤੇ? ਮੇਰੇ ਖਿਆਲ ਦੇ ਵਿੱਚ ਇਹ ਬੜਾ ਜ਼ਿੰਮੇਵਾਰੀ ਦਾ ਕੰਮ ਹੈ। ਇੱਕ ਲੇਖਕ ਹੈ ਜੋ ਕਲਮ ਨਵੀਸ ਹੈ, ਉਸ ਨੂੰ ਹਰ ਵੇਲੇ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਕੋਈ ਇਹੋ ਜਿਹੀ ਗੱਲ ਨਾ ਕਰੇ ਜਿਹੜੀ ਕਿ ਸੁਸਾਇਟੀ ਲਈ ਗਲਤ ਰਾਹ ਦਿਖਾ ਰਹੀ ਹੋਵੇ ਜਾਂ ਨੁਕਸਾਨ ਕਰ ਰਹੀ ਹੋਵੇ। ਉਹ ਅਗਰ ਜੋੜ ਰਿਹਾ ਹੈ, ਉਹੋ ਜਿਹੀਆਂ ਗੱਲਾਂ ਕਰ ਰਿਹਾ ਹੈ, ਔਰ ਉਹ ਚੀਜ਼ ਜਦੋਂ ਪ੍ਰਿੰਟ ਦੇ ਵਿੱਚ ਜਾਂਦੀ ਹੈ, ਮੀਡੀਆ ਜਾਂਦੀ ਹੈ, ਕਿਤੇ ਬੋਲਦਾ ਹੈ, ਕਿਤੇ ਕਰਦਾ ਹੈ, 4 ਲੋਕ ਹੋਰ ਸੁਣਦੇ ਨੇ, ਕੁਛ ਅਸਰ ਪਏਗਾ, ਉਹਦਾ ਪॉजिटिव इफेक्ट पड़ेगा। जिमें कि अगर मैं आपको एक एग्जांपल दूं कि एक मैंने हाल ही में गज़ल का एक शेर आपसे मैं शेयर करना चाहूँगा। हमारे हिंदू पाक के बारे में लिखा हुआ है, लीडर ये हिंदू पाक के सुधरेंगे कब, लीडर ये हिंदू पाक के सुधरेंगे कब, दीवार बर्लिन की भी कब की ढह गई। तो जैसे आप देखते हैं कि इसमें भी एक मैसेज है कि बर्लिन में भी जहाँ इतना आपस में वो था कि दीवार थी, वो भी कब से कितने साल हो गए हैं। तो हम लोग, हमारा तो बॉर्डर में दीवार भी नहीं है, एक फेंस है, हम लोग इकट्ठे क्यों नहीं हो सकते? हमारी ज़ुबानें एक हैं, हमारी पिछले संस्कार एक है, सब कुछ है। तो अगर हम लोग इकट्ठे हैं, हम यहाँ इकट्ठे इस माहौल में रहते हैं, और आप अच्छी तरह जानते हैं कनाडा का माहौल हमारे हिंदुस्तान पाकिस्तान के माहौल से बहुत डिफरेंट है। जब यहाँ इकट्ठे हो रहे हैं तो धीरे धीरे शायद हमारी यही सोच, हमारे जो साथी, हमारे रिश्तेदार लोग जो हमारे मुल्कों में हैं, उनके साथ जब ये बातें हमारी होंगी, करेंगे, उनकी सोच बदले, धीरे धीरे शायद ये एक प्रेशर पड़ेगा पॉलिटिशियंस पे। रोल रहता है शायद, यस, बहुत पॉजिटिव रोल है और बड़े जिम्मेवारी का रोल है। ਨਵਪ੍ਰੀਤ ਜੀ, ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਤੁਸੀਂ ਹੁਣ ਜਿਵੇਂ ਸਾਹਿਤ ਨਾਲ ਜੁੜੇ ਹੈਗੇ ਹੋ, ਤੇ ਜਿਹੜਾ ਹਿੰਦੀ, ਪੰਜਾਬੀ, ਉਰਦੂ ਵਾਲਾ ਜਿਹੜੀ ਹੈਗਾ ਲਿਟਰੇਚਰ ਹੈਗਾ, ਆਪਾਂ ਦੇਖਦੇ ਹਾਂ ਇੱਥੇ ਦੇ ਜੰਪਲ ਲੋਕ ਜਾਂ ਜਿਹੜੇ ਛੋਟੀ ਉਮਰ 'ਚ ਜਿਹੜੇ ਬੱਚੇ ਇੱਥੇ ਆ ਗਏ ਹੈਗੇ ਨੇ, ਉਹਨਾਂ ਨੂੰ ਕੋਈ ਪਤਾ ਲਗਾਵ ਹੈ ਨਹੀਂ ਇਹਦੇ ਨਾਲ। ਤੁਸੀਂ ਕੀ ਸੋਚਦੇ ਹੋ ਵੀ ਕਿਸ ਤਰ੍ਹਾਂ ਦੇ ਐਫਰਟਸ, ਜਿਹੜੀਆਂ ਇਹ ਸਭਾਵਾਂ ਜਿਨ੍ਹਾਂ ਦੇ ਨਾਲ ਤੁਸੀਂ ਜੁੜੇ ਹੋਏ ਹੈਗੇ, ਵੀ ਕਿਸ ਤਰ੍ਹਾਂ ਦੇ ਐਫਰਟਸ ਕਰਨ ਕਿ ਉਹ ਨੌਜਵਾਨ ਪੀੜ੍ਹੀ ਵੀ ਸਾਡੇ, ਕਿਉਂਕਿ ਜੇ ਬੋਲੀ ਨਾਲ ਜੁੜੇਗੀ ਤਾਂ ਹੀ ਉਹ ਕਲਚਰ ਨਾਲ ਜੁੜ ਪਾਣਗੇ, ਤੇ ਕਿਸ ਤਰ੍ਹਾਂ ਦੇ ਐਫਰਟਸ ਦੀ ਤੁਹਾਨੂੰ ਕਮੀ ਮਹਿਸੂਸ ਹੁੰਦੀ ਹੈਗੀ ਆ, ਔਰ ਜਾਂ ਕਿਸ ਤਰ੍ਹਾਂ ਦੇ ਐਫਰਟ ਜਿਹੜੇ ਕੀਤੇ ਜਾਣੇ ਚਾਹੀਦੇ ਤੁਹਾਡੇ ਵਰਗੀਆਂ ਸਾਹਿਤ ਸਭਾਵਾਂ ਵੱਲੋਂ? ਜੀ, ਮੈਂ ਇਹ ਕਹਿਣਾ ਚਾਹੂੰਗੀ ਵੀ ਇਹੋ ਜਿਹੀਆਂ ਸਾਹਿਤ ਸਭਾਵਾਂ, ਜਿਹੜੀਆਂ ਸਾਹਿਤਿਕ ਸੰਸਥਾਵਾਂ ਨੇ, ਇਹ ਬਹੁਤ ਵਧੀਆ ਰੋਲ ਪਲੇ ਕਰ ਸਕਦੀਆਂ ਨੇ, ਕਿਉਂਕਿ ਇੱਥੇ ਅਸੀਂ ਆਪਣੇ ਦੇਸ਼ ਛੱਡ ਕੇ, ਵਤਨ ਛੱਡ ਕੇ, ਇੱਥੇ ਕੋਈ ਪਰਿਵਾਰ ਨੇ ਜਿਨ੍ਹਾਂ ਦੀ ਤੀਜੀ ਪੀੜ੍ਹੀ ਇੱਥੇ ਹੈ, ਕਈਆਂ ਦੀ ਦੂਜੀ ਪੀੜ੍ਹੀ ਇੱਥੇ ਹੈ, ਤੇ ਜਿਹੜੇ ਹੁਣ ਆ ਕੇ ਵਸੇ, ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਇੱਥੇ ਰਹਿਣਾ। ਸੋ ਇਹ ਸਾਡਾ, ਜਿਹੜੀਆਂ ਇਹ ਸਾਹਿਤਿਕ ਸਭਾਵਾਂ, ਉਹਨਾਂ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਸਾਡਾ ਸਾਰਿਆਂ ਦਾ, ਪਾਕਿਸਤਾਨੀ ਕਮਿਊਨਿਟੀ ਹੋ ਗਈ ਜਾਂ ਇੰਡੀਅਨ ਕਮਿਊਨਿਟੀ ਹੋ ਗਈ, ਆਪਣੀ ਮਾਂ ਬੋਲੀ ਨੂੰ, ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਦਾ ਸਾਡਾ ਫਰਜ਼ ਬਣਦਾ। ਤੇ ਜਿਹੜੀਆਂ ਸਾਹਿਤਿਕ ਸਭਾਵਾਂ ਨੇ, ਉਹ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀਆਂ। ਖਾਸ ਕਰਕੇ ਜਦੋਂ ਰਾਈਟਰਸ ਫੋਰਮ ਕੈਲਗਰੀ ਦੀ ਅਸੀਂ ਗੱਲ ਕਰਦੇ ਹਾਂ, ਤੇ ਇਹ ਚਾਰੋਂ ਭਾਸ਼ਾਵਾਂ ਦੇ ਵਿੱਚ ਜਿਹੜੇ ਲੇਖਕ ਨੇ ਜਾਂ ਪੋਇਟਸ ਨੇ, ਇਹਨਾਂ ਨੂੰ ਵੈਲਕਮ ਕਰਦਾ ਔਰ ਇਹਨਾਂ ਦਾ ਹੌਸਲਾ ਅਫਜ਼ਾਈ ਕਰਦਾ। ਸੋ ਮੇਰਾ ਖਿਆਲ ਹੈ ਕਿ ਸਾਨੂੰ ਹੋਰ ਹੌਸਲਾ ਵਧਾਉਣਾ ਚਾਹੀਦਾ ਹੈ, ਖਾਸ ਕਰਕੇ ਨੌਜਵਾਨ ਪੀੜ੍ਹੀ ਦਾ, ਔਰ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਕਮ ਸੇ ਕਮ ਜੇ ਉਹ ਫਿਲਹਾਲ ਅੱਜ ਦੀ ਘੜੀ ਕੁਝ ਲਿਖਦੇ ਨਹੀਂ, ਤੇ ਉਹ ਕਮ ਸੇ ਕਮ ਆਉਣ, ਉਹ ਜਿਹੜੇ ਵਧੀਆ ਲਿਖਣ ਵਾਲੇ ਹੈ ਉਹਨਾਂ ਨੂੰ, ਹਾਂਜੀ, ਉਹਨਾਂ ਨੂੰ ਸੁਣਨ। ਔਰ ਉਹ ਜੋ ਗੱਲ ਜਸਬੀਰ ਜੀ ਨੇ ਕਹੀ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ, ਤੇ ਇਹ ਕਿਹਾ ਵੀ ਜਾਂਦਾ ਵੀ ਲਿਟਰੇਚਰ ਇਜ਼ ਅ ਟ੍ਰਾਂਸਮਿਟਡ ਡਿਜ਼ੀਜ਼। ਸੋ ਇਹ ਇੱਕ ਛੂਤ ਦੀ ਬਿਮਾਰੀ ਹੈ। ਜਦੋਂ ਤੁਸੀਂ ਜਿੰਨਾ ਸੁਣੋਗੇ, ਉਹਨਾਂ ਤੁਹਾਡੇ ਤੇ ਵਧੀਆ ਲਿਟਰੇਚਰ, ਵਧੀਆ ਸੁਣੋਗੇ, ਤੇ ਤੁਹਾਡੇ ਜਿਹੜੇ ਵਿਚਾਰਾਂ ਨੂੰ ਇਹ ਜ਼ਰੂਰ ਸੇਧ ਦਿੰਦਾ ਹੈ, ਤੇ ਤੁਹਾਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖਦਾ ਹੈ। ਮੇਰਾ ਖਿਆਲ ਹੈ ਕਿ ਸਾਹਿਤ ਇੱਕ ਅਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ, ਇੱਕ ਸਕਾਰਾਤਮਕ ਸੋਚ ਦੇ ਸਕਦਾ, ਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਰੁਝਾਨ ਵੀ ਇੱਧਰ ਕਰੀਏ। ਜੋ ਯੰਗ ਅੱਜ ਦੀ ਨੌਜਵਾਨ ਪੀੜ੍ਹੀ ਹੈ, ਖਾਸ ਕਰਕੇ ਮੈਂ ਮੈਂਸ਼ਨ ਕਰੂੰਗੀ ਕਿ ਜੋ 35 ਤੋਂ ਥੱਲੇ ਨੇ, ਉਹ ਜ਼ਰੂਰ ਆਉਣ ਤੇ ਇਹਨਾਂ ਸਭਾਵਾਂ ਵਿੱਚ ਜ਼ਰੂਰ ਆ ਕੇ ਸ਼ਾਮਿਲ ਹੋਣ ਅਤੇ ਦੇਖਣ
ਕਿ ਜਿਹੜੀ ਆਪਾਂ ਇੱਕ ਰੈਗੂਲਰ ਜ਼ਿੰਦਗੀ ਜੀਨੇ ਆ ਉਹਦੇ ਤੋਂ ਇੱਕ ਕਿੰਨਾ ਵੱਖਰਾ ਮਾਹੌਲ ਇੱਥੇ ਸਾਨੂੰ ਮਿਲਦਾ ਹੈ ਔਰ ਹਾਂਜੀ। ਕਈ ਕੁਝ ਸਾਨੂੰ ਇੱਥੇ ਸਿੱਖਣ ਨੂੰ ਮਿਲਦਾ ਹੈ। ਜੀ। ਤੇ ਜਸਵੀਰ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਹੁਣ ਜੋ ਤੁਹਾਡੇ ਚਿਹਰੇ ਤੋਂ ਲੱਗਦਾ ਵੀ ਤੁਸੀਂ ਹੁਣ ਪਿਛਲੀ ਪੀੜ੍ਹੀ ਦੇ ਹੋ ਗਏ, ਤੇ ਅਗਲੀ ਪੀੜ੍ਹੀ ਨੂੰ ਜੋੜਨ ਵਾਸਤੇ ਤੁਸੀਂ ਜਿਹੜਾ ਹੈਗਾ ਵੀ ਕਿਸ ਤਰ੍ਹਾਂ ਦੇ ਐਫਰਟਸ ਕਰ ਰਹੇ ਹੈਗੇ ਹੋ ਤੁਹਾਡੀ ਰਾਈਟਰ ਫੋਰਮ ਕੈਲਗਰੀ ਵੱਲੋਂ ਹੋ ਰਹੇ? ਮੈਂ ਥੋੜਾ ਜਿਹਾ ਕਰੈਕਸ਼ਨ ਕਰਨਾ ਚਾਹਾਂਗਾ। ਤੁਹਾਡੀ ਗੱਲ ਠੀਕ ਹੈ ਕਿ ਮੈਂ ਪਿਛਲੀ ਪੀੜ੍ਹੀ ਦਾ ਹਾਂ, ਪਰ ਮੈਂ ਨਵੀਂ ਪੀੜ੍ਹੀ ਦੇ ਨਾਲ ਵੀ ਜੁੜਿਆ ਹੋਇਆ ਥੋੜਾ ਜਿਹਾ। ਇਸ ਕਰਕੇ ਮੈਂ ਵੀ, ਜਿਸ ਤਰ੍ਹਾਂ ਸਾਡਾ ਰਾਈਟਰਸ ਫੋਰਮ ਇੱਕ ਪੁਲ ਦਾ ਕੰਮ ਕਰਦਾ ਹੈ ਸਾਰੇ ਭਾਸ਼ਾਵਾਂ ਵਾਲਿਆਂ ਨੂੰ ਜੋੜਨ ਦਾ, ਸ਼ਾਇਦ ਮੈਂ ਵੀ ਉਹੀ ਰੋਲ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਔਰ ਇਸੇ ਕਰਕੇ ਜਿਸ ਤਰ੍ਹਾਂ ਕਿ ਨਵਪ੍ਰੀਤ ਉਹਨਾਂ ਨੇ ਕਿਹਾ ਹੈ ਕਿ ਯੰਗਰ ਜਨਰੇਸ਼ਨ ਨੂੰ ਅਸੀਂ ਐਨਕਰੇਜ ਕਰਦੇ ਹਾਂ, ਉਹ ਸਾਡੇ ਨਾਲ ਜੁੜਦੇ ਆ। ਉਹਨਾਂ ਨੂੰ ਜਦੋਂ ਝਿਜਕ ਜੀ ਉਹਨਾਂ ਦੀ ਹੁੰਦੀ ਆ, 2-4 ਵਾਰ ਆਉਂਦੇ, ਉਹ ਝਿਜਕ ਦੂਰ ਹੁੰਦੀ ਹੈ। ਔਰ ਅਭੀ ਰੀਸੈਂਟਲੀ ਸਟੇਜ ਤੇ ਬੋਲਣ ਦੀ ਵੀ ਜਿਹੜੀ ਹੈਗੀ ਵੀ ਮੁਹਾਰਤ ਹਾਸਲ ਹੁੰਦੀ ਹੈ ਉਹਦੇ ਵਿੱਚ। बिल्कुल वो भी होती है। और रिसेंटली बड़ा ਅਸੀਂ ਹੁਣ ਤੋਂ ही एक्चुअली अभी से हमने ये शुरू किया है कि जो नए जो नौजवान पीढ़ी है, जैसे इन्होंने कहा 35 तक हम नौजवान कहेंगे उन्हें, वैसे मैं भी अपने आप को नौजवान ही कहता हूँ। तो वो जब आते हैं और कुछ करेंगे, और हमने एक सॉर्ट ऑफ कंपटीशन तो नहीं कहूँगा, एक हौसला अफजाई के लिए हमने एक प्राइस भी रखे हैं कि प्राइस डिस्ट्रीब्यूशन करेंगे कि ही इज द यूथ राइटर और द परफॉर्मर ऑफ द मंथ। ठीक है। हर महीने एक उसको एक प्लेटफॉर्म आदमी देता को उस प्लेटफॉर्म पे जैसे 4, 6, 5, 7, 10 जो भी हैं, वो अपने अपनी कोई शायरी है, कोई राइटिंग है, कोई गाना गा रहा है, तो वो भी हमें प्रॉब्लम जी। नहीं है उसमें भी, क्योंकि वो भी एक कला है, एक आर्ट है। ਜੀ ਮੈਂ ਵੀ ਮਤਲਬ ਇਹ ਐਡ ਕਰਨਾ ਚਾਹੂੰਗੀ ਇੱਥੇ ਕਿ ਸ਼ਾਇਦ ਜਸਬੀਰ ਜੀ ਅਗਰ ਮਿਸ ਨਾ ਕਰ ਦੇਣ ਕਿ ਆਪਣਾ ਲਿਖਿਆ ਹੋਇਆ ਤਾਂ ਅਸੀਂ ਉੱਥੇ ਸਾਂਝਾ ਕਰਦੇ ਹੀ ਆ, ਪਰ ਜੇ ਕੋਈ ਬਹੁਤ ਕਿਤਾਬ ਵਧੀਆ ਪੜ੍ਹਦਾ ਹੈ, ਪੜ੍ਹਨ ਦਾ ਸ਼ੌਕੀਨ ਆ, ਉਹ ਕਿਸੇ ਦਾ ਲਿਖਿਆ ਹੋਇਆ ਵੀ ਆ ਕੇ ਸਾਂਝਾ ਕਰ ਸਕਦਾ ਹੈ। ਕੋਈ ਗੀਤ ਅਗਰ ਗਾਣ ਦਾ ਸ਼ੌਂਕ ਰੱਖਦਾ ਹੈ, ਵਧੀਆ ਗੀਤ ਆ ਕੇ ਉਹ ਸਾਂਝਾ ਕਰ ਸਕਦਾ ਹੈ। ਰਾਈਟਰਸ ਫੋਰਮ ਇਸ ਤਰ੍ਹਾਂ ਹਰ ਇੱਕ ਦੀ ਹੌਸਲਾ ਅਫਜ਼ਾਈ ਕਰਦੇ ਆ। ਔਰ ਉਹ ਜਿਹੜਾ ਗਿਫਟ ਹੈਂਪਰ ਰੱਖਿਆ ਗਿਆ ਆ, ਉਹ ਕੋਈ ਵੀ ਤੁਹਾਡੇ 'ਚ ਟੈਲੈਂਟ ਆ, ਠੀਕ ਹੈ, ਤੁਸੀਂ ਅਗਰ ਗੁੱਡ ਸਪੀਕਰ ਹੋ, ਤੁਹਾਡੇ ਕੋਲ, ਤੁਸੀਂ ਇੱਕ ਜਨਰਲ, ਤੁਸੀਂ ਪੋਲਿਟਿਕਸ ਨੂੰ ਹੀ ਪੜ੍ਹ ਰਹੇ ਹੋ, ਠੀਕ ਹੈ, ਤੇ ਤੁਹਾਡੇ ਕੋਲ ਕੁਝ ਇਹੋ ਜਿਹਾ ਹੈ ਕਿ ਤੁਸੀਂ ਸਭ ਨਾਲ ਸਾਂਝਾ ਕਰੋ ਤੇ ਉਹਦੇ 'ਚ ਲੋਕਾਂ ਦੀ ਜਿਹੜੀ ਨੌਲੇਜ 'ਚ ਵਾਧਾ ਹੋਵੇ, ਤੇ ਮੇਰਾ ਖਿਆਲ ਉਹ ਵੀ ਆ ਕੇ ਕਰਨ ਤੇ ਕੋਈ ਹਰਜ਼ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਆਪਣੀਆਂ ਲਿਖੀਆਂ ਹੋਈਆਂ ਹੀ ਚੀਜ਼ਾਂ ਕਰਦੇ। ਹਾਂਜੀ, ਮੇਰਾ ਖਿਆਲ ਇਹੀ ਮੰਤਵ ਹੈ ਜਿਹੜਾ ਰਾਈਟਰਸ ਫੋਰਮ ਕੈਲਗਰੀ ਦਾ। ਕਿਉਂ ਜਸਬੀਰ? ਬਿਲਕੁਲ ਠੀਕ ਹੈ। ਤੇ ਜਸਵੀਰ ਜੀ, ਲਾਸਟ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਜਿਹੜਾ ਹੈਗਾ ਵੀ ਕਹਿਣਾ ਚਾਹਾਂਗਾ ਕਿ ਕਿਸ ਤਰ੍ਹਾਂ ਦੇ ਜਿਹੜਾ ਹੈਗਾ ਤੁਸੀਂ ਸਹਿਯੋਗ ਦੀ ਮੰਗ ਕਰਦੇ ਹੈਗੇ ਹੋ ਆਪਣੀ ਸੁਸਾਇਟੀ ਕੋਲੋਂ ਜਾਂ ਨੌਜਵਾਨ ਪੀੜ੍ਹੀ ਕੋਲੋਂ, ਵੀ ਕਿਸ ਤਰ੍ਹਾਂ ਦੇ ਸਹਿਯੋਗ ਦੇ ਨਾਲ ਜਾਂ ਕਿਸ ਤਰ੍ਹਾਂ ਦਾ ਤੁਸੀਂ ਜਿਹੜੀ ਹੈਗੀ ਸਪੋਰਟ ਉਹਨਾਂ ਨੂੰ ਜਿਹੜੀ ਹੈਗੀ ਹੈ ਪ੍ਰੋਵਾਈਡ ਕਰਵਾ ਸਕਦੇ ਹੈਗੇ ਹੋ? ਪੇਰੈਂਟਸ ਨੂੰ ਵੀ, ਬੱਚਿਆਂ ਨੂੰ ਵੀ ਕਿਸ ਤਰ੍ਹਾਂ ਤੁਸੀਂ ਮੋਟੀਵੇਟ ਕਰਨ ਵਾਸਤੇ ਕੋਈ ਸੰਦੇਸ਼ ਦੇਣਾ ਚਾਹੋਗੇ? ਨਵੇਂ ਲੇਖਕਾਂ ਨੂੰ ਜਾਂ ਨਵੇਂ ਆਰਟਿਸਟ ਨੂੰ ਜਦੋਂ ਸਾਡੇ ਕੋਲ ਆਉਂਦੇ ਨੇ, ਜੋ ਵੀ ਆਉਂਦੇ ਨੇ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਝਿਜਕ ਹੈ, ਉਹ ਦੱਸ ਸਕਦੇ ਆ, ਅਸੀਂ ਉਹਨਾਂ ਨੂੰ ਰਾਹ ਦਿਖਾ ਸਕਦੇ ਹਾਂ ਕਿਸ ਤਰ੍ਹਾਂ ਲਿਖਣਾ ਹੈ, ਕੀ बेटर, केड़ी चीज़ अवॉइड करनी चाहिए लिखने वेले, किस तरह, मतलब कई बार उनको होता है जैसे कि कंप्यूटर पे फॉन्ट्स वगैरह क्या उन्हें पता नहीं हो, फॉन्ट्स वगैरह डाउनलोड करने, ये वो सिखाएंगे उन्हें। हम ये रिकमेंड कर सकते हैं कि हाँ भाई, आप फलानी फलानी किताब फलाने राइटर को पढ़ेंगे तो आपको शायद उससे इनक्रेजमेंट मिलेगा, वो चीज़ें कर सकते हैं उनके साथ मीटिंग के बाहर हम लोगों से, हमारे बहुत सीनियर अच्छे वेल एस्टेब्लिश्ड राइटर्स हैं, उनसे किसी तरह की भी सलाह चाहिए, उन्हें मशवरा चाहिए, वो दे आर वेलकम टू शेयर, उस तरह उन्होंने इनक्रेज करांगे। एंड किसी तरह की, मतलब 1-2 एग्जांपल हमारे पास हैं जहाँ पे कि आज का ज़माना कंप्यूटर का ज़माना है, मतलब वो सज्जन जो थे साथी, वो कंप्यूटर के बारे में उन्हें कुछ नहीं पता था, तो हमारे ऑर्गेनाइजेशन ने यहाँ तक किया कि उनको कंप्यूटर उनके घर जाके रखा है। अच्छा। कि आपको ये करना है, और उन्हें सिखाया। उनको बहुत झिझक थी, लेकिन यस, उन्होंने कंप्यूटर सीखा, किया, और उन्होंने कई किताबें जो वो पहले राइटिंग थी उन्होंने वो फिर कंप्यूटर पे डाउनलोड टाइप की सबकी, और उनकी 2 से ज़्यादा किताबें, कई किताबें उनकी आज की डेट में छप चुकी हैं। इस तरह ਦੀ ਵੀ ਸਪੋਰਟ ਕਰਦੇ ਹੈਗੇ, ਬਿਲਕੁਲ ਅਸੀਂ ਸਪੋਰਟ ਕਿਸੇ ਕੋਈ ਟੈਕਨੀਕਲੀ ਕੋਈ ਸਪੋਰਟ ਚਾਹੀਦੀ ਹੈਗੀ, ਜੇ ਉਸ ਨੂੰ ਨਵੀਂ ਕੋਈ ਚੀਜ਼ ਸਿੱਖਣੀ, ਤਾਂ ਉਹਦੇ ਵਿੱਚ ਵੀ ਤੁਸੀਂ ਜਿਹੜੀ ਹੈਗੀ ਰਾਈਟਰ ਫੋਰਮ ਕਰਦੀ ਹੈਗੀ ਹੈ। ਇਹ ਸਾਡਾ ਅੱਜ ਦਾ ਮੇਨ ਮਕਸਦ ਇਸ ਛੋਟੀ ਜਿਹੀ ਇੰਟਰਵਿਊ ਦਾ ਇਹੋ ਹੀ ਸੀ ਕਿ ਅਸੀਂ ਰਾਈਟਰ ਫੋਰਮ ਕੈਲਗਰੀ ਜਿਹੜਾ ਹੈਗਾ ਕਿ ਪਲੇਟਫਾਰਮ ਪ੍ਰੋਵਾਈਡ ਤੁਸੀਂ ਕਰ ਰਹੇ ਹੈਗੇ ਪਿਛਲੇ 10 ਸਾਲਾਂ ਤੋਂ, ਉਹਦੇ ਬਾਰੇ ਜਿਹੜੀ ਹੈਗੀ ਹੈ ਕਿ ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਦਾ ਸੀ।
ਕੋਈ ਇਹੋ ਜਿਹੀ ਗੱਲ ਜਿਹੜੀ ਕਿ ਮੈਂ ਪੁੱਛਣ ਤੋਂ ਰਹਿ ਗਿਆ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੈਗੇ ਜਾਂਦੇ ਜਾਂਦੇ ਤੇ ਜ਼ਰੂਰ ਕਰੋ। ਤੁਸੀਂ ਬਹੁਤ ਅੱਛਾ ਸਵਾਲ ਪੁੱਛੇ ਨੇ, ਮੇਰੇ ਖਿਆਲ 'ਚ ਤੁਸੀਂ ਬਹੁਤ ਅੱਛੀ ਤਰ੍ਹਾਂ ਕਵਰ ਕਰ ਲਿਆ ਸਾਡਾ ਮੰਤਵ ਜਿਹੜਾ ਹੈਗਾ, ਸਾਡਾ ਮਕਸਦ ਜੋ ਹੈ। ਅਗਰ ਮਤਲਬ ਮੈਂ ਇਹ ਕਹਾਂ ਕਿ ਮੰਤਵ ਜਿਹੜਾ ਸੀਗਾ ਸਾਡਾ ਇਹ ਸੀ, ਅਸੀਂ ਉਹ शुरुआत कर देती है, मैं ये समझता है। और हमने जब शुरुआत कर दी तो आगे वो चीज़ चलते रहना, इसी तरह आपस में कोशिश करना कि एक अच्छा माहौल पैदा करें, एक अच्छी सोसाइटी बनाएं। ये अब हमारी नई पीढ़ी का, अगली पीढ़ी का उनका काम है। मैं अपना एक शेर यहाँ पे आपसे बोलना चाहूँगा जो मेरा ये मकसद भी आपको समझा देगा। नक्शे पाहें छोड़ दिए आपके लिए जी, नक्शे पाहें छोड़ दिए आपके लिए, खार भी कुछ कम है किए आपके लिए जी, खार भी कुछ कम है। और सब तो ज़्यादा सोसाइटी में जब सहयोग की बात आती है, सबका साथ चाहिए, नौजवानों का, मीडिया का, प्रिंट मीडिया का, टीवी मीडिया का, सबका। और इसमें इस हवाले से जग पंजाबी बहुत अच्छा एक रोल निभा रहे हैं। हर तरह की कोई भी संस्था है, चाहे वो किसी भी लैंग्वेज से जुड़ी है, पंजाबी तो है ही, जग पंजाबी जैसे नाम बता रहे हैं, लेकिन इन्हें कभी कोई एतराज़ नहीं है अगर कोई हिंदी उर्दू वाले भी आके अपनी कोई बात इनके साथ मिलके कम्युनिटी तक, सोसाइटी तक, अपने मुल्क तक पहुंचाना चाहते हैं। दे ऑलवेज वेलकम विद ओपन आर्म्स। और इसे करके मैं ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਤਵਿੰਦਰ ਜੀ। ਤੇ ਮੈਂ ਤੇ ਦਰਸ਼ਕਾਂ ਦੇ ਨਾਲ ਇਹ ਕਿ ਜਾਂਦੇ ਜਾਂਦੇ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਸਾਨੂੰ ਕਦੀ ਮੌਕਾ ਮਿਲਦਾ ਇਹਨਾਂ ਸਾਹਿਤ ਸਭਾਵਾਂ ਦੀ ਮੀਟਿੰਗਾਂ ਦੇ ਵਿੱਚ ਜਾਣ ਦਾ, ਤੇ ਉੱਥੇ ਐਂ ਲੱਗਦਾ ਕਿ ਜਿਵੇਂ ਕਿਸੇ ਤੁਸੀਂ ਹੋਰ ਹੀ ਦੁਨੀਆ ਦੇ ਵਿੱਚ ਜਿਹੜੇ ਹੈਗੇ ਪਹੁੰਚੇ ਹੋਏ ਹੋ। ਤੇ ਮੈਂ ਬੜੀ ਦਾਦ ਵੀ ਦੇਣਾ ਹੈਗਾ ਉਹਨਾਂ ਦੀਆਂ ਸਟੇਜਾਂ ਤੋਂ ਵੀ ਜਾ ਕੇ ਕਿ ਇਸ ਪ੍ਰਦੇਸ਼ ਦੇ ਵਿੱਚ ਆ ਕੇ ਜਿੱਥੇ ਹਰ ਇੱਕ ਨੂੰ ਆਪਣੇ ਡਾਲਰਾਂ ਕਮਾਉਣ ਦੀ ਜਿਹੜੀ ਹੈ ਚਿੰਤਾ ਹੈਗੀ ਹੈ, ਪਰ ਫਿਰ ਵੀ ਇਹ ਮਾਂ ਬੋਲੀ ਦੇ ਨਾਲ ਜਿਹੜੀ ਵੀ ਉਹਦੀ ਮਾਂ ਬੋਲੀ ਹੈਗੀ ਉਹਦੇ ਨਾਲ ਜੁੜੇ ਹੈਗੇ ਨੇ ਔਰ ਬੱਚਿਆਂ ਨੂੰ ਨਾਲ ਜਿਹੜਾ ਹੈ ਜੋੜਦੇ ਹੈਗੇ ਨੇ। ਔਰ ਇੱਕ ਇਹੋ ਜਿਹਾ ਮਾਹੌਲ ਇਸੇ ਪ੍ਰਦੇਸ਼ ਦੀ ਧਰਤੀ ਦੇ ਉੱਤੇ ਵੀ ਜਿਹੜਾ ਹੈਗਾ ਪ੍ਰਦਾਨ ਕਰਦੇ ਨੇ, ਜਿਹੜਾ ਕਿ ਮੈਂ ਪੰਜਾਬ ਵਿੱਚ ਰਹਿੰਦੇ ਜਿਹੜਾ ਹੈਗਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈਗਾ। ਤੇ ਇਹਨਾਂ ਦੀ ਜਿਹੜੀ ਹੈਗੀ ਬੜਾ ਵੱਡਾ ਐਫਰਟਸ ਹੈਗਾ। ਤੇ ਜਸਬੀਰ ਚਹਿਲ ਜੀ ਤੁਸੀਂ ਆਏ ਔਰ ਪ੍ਰੀਤ ਜੀ ਤੁਸੀਂ ਨਵਪ੍ਰੀਤ ਜੀ ਤੁਸੀਂ ਆਏ ਔਰ ਵੱਡਮੁੱਲੀ ਜਾਣਕਾਰੀ ਸਾਡੇ ਜਿਹੜੇ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਾਡੀ ਖੁਸ਼ਨਸੀਬੀ ਤੁਸੀਂ ਸਾਨੂੰ ਮੌਕਾ ਦਿੱਤਾ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ।